ਸਾਰੇ ਦਰਸ਼ਕਾਂ ਨੂੰ ਮੇਰੀ ਤਰਫ ਤੋਂ ਜੈ ਮਸੀਹ ਦੀ। ਦਰਸ਼ਕੋ, ਸੱਚੀ ਬਾਣੀ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਬਾਈਬਲ ਧਰਮ ਸ਼ਾਸਤਰ ਵਿੱਚੋਂ ਬਾਈਬਲ ਦੀ ਪਹਿਲੀ ਪੁਸਤਕ, ਜਿਸ ਦਾ ਨਾਮ ਹੈ ਉਤਪਤ ਦੀ ਪੁਸਤਕ, ਇਸ ਦਾ ਅਧਿਐਨ ਕਰ ਰਹੇ ਹਾਂ। ਦੋਸਤੋ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਨੂੰ ਉਤਪਤ ਦੀ ਪੁਸਤਕ ਦੇ ਅਧਿਐਨ ਦਾ ਆਨੰਦ ਆ ਰਿਹਾ ਹੈ। ਦੋਸਤੋ, ਹੁਣ ਤੱਕ ਦੇ ਅਧਿਐਨ ਤੋਂ ਅਸੀਂ ਬਹੁਤ ਸਾਰੀਆਂ ਰੋਚਕ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਨੂੰ ਵੇਖਿਆ। ਅਸੀਂ ਹੁਣ ਤੱਕ ਬ੍ਰਹਿਮੰਡ ਦੀ ਰਚਨਾ ਦੇ ਬਾਰੇ ਵਿਚਾਰ ਕੀਤਾ ਹੈ ਅਤੇ ਫਿਰ ਮਨੁੱਖ ਦੀ ਉਤਪਤੀ ਦੇ ਬਾਰੇ ਵੇਖਿਆ ਹੈ ਕਿ ਕਿਵੇਂ ਪਰਮੇਸ਼ਵਰ ਨੇ ਆਦਮ ਨੂੰ ਮਿੱਟੀ ਤੋਂ ਬਣਾਇਆ। ਇਹ ਆਪਣੇ ਆਪ ਵਿੱਚ ਇੱਕ ਰੋਚਕ ਕਿੱਸਾ ਹੈ। ਇਸ ਤਰ੍ਹਾਂ ਅਸੀਂ ਉਤਪਤ ਸੰਬੰਧੀ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਖਿਆ ਜਿਨ੍ਹਾਂ ਦਾ ਸੰਬੰਧ ਮਨੁੱਖ ਦੇ ਨਾਲ ਹੈ। ਦੋਸਤੋ, ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਉਤਪਤ ਦੇ ਤੀਸਰੇ ਅਧਿਆਏ ਦੇ ਅਧਿਐਨ ਦੀ ਸ਼ੁਰੂਆਤ ਕੀਤੀ ਸੀ। ਇਸ ਤੀਸਰੇ ਅਧਿਆਏ ਦੇ ਮੁੱਖ ਵਿਸ਼ੇ ਹਨ: ਪਹਿਲਾ, ਸੱਪ ਦਾ ਪਰਮੇਸ਼ਵਰ ਦੇ ਵਚਨ ਦੇ ਉੱਤੇ ਸ਼ੱਕ ਪੈਦਾ ਕਰਨਾ; ਦੂਸਰਾ, ਆਦਮੀ ਅਤੇ ਔਰਤ ਪਰਮੇਸ਼ਵਰ ਦੇ ਵਚਨ ਦੀ ਉਲੰਘਣਾ ਕਰਦੇ ਹਨ; ਤੀਸਰਾ, ਪਰਮੇਸ਼ਵਰ ਦੁਆਰਾ ਤਿਆਰੀ ਕੀਤੀ ਭਵਿੱਖ ਦੇ ਲਈ ਰੂਪ ਰੇਖਾ; ਅਤੇ ਚੌਥਾ, ਛੁਟਕਾਰੇ ਦੇ ਸਿਧਾਂਤ ਦਾ ਪੇਸ਼ ਕੀਤੇ ਜਾਣਾ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਉਤਪਤ ਦੇ ਤੀਸਰੇ ਅਧਿਆਏ ਦੇ ਪਹਿਲੇ ਵਿਸ਼ੇ ਤੋਂ ਸ਼ੁਰੂ ਕਰਾਂਗੇ। ਆਓ ਅਸੀਂ ਇਸ ਦੇ ਨਾਲ ਹੀ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹੋਏ ਸੁਣਦੇ ਹਾਂ ਇੱਕ ਪਿਆਰਾ ਜਿਹਾ ਮਸੀਹ ਭਜਨ। ਪਿਆਰੇ ਦੋਸਤੋ, ਆਪ ਨੂੰ ਬਾਈਬਲ ਧਰਮ ਸ਼ਾਸਤਰ ਦੀ ਪਹਿਲੀ ਪੁਸਤਕ ਉਤਪਤ ਦੇ ਤੀਸਰੇ ਅਧਿਆਏ ਦੇ ਮੁੱਖ ਵਿਸ਼ਿਆਂ ਬਾਰੇ ਦੱਸ ਰਿਹਾ ਸੀ। ਅੱਜ ਅਸੀਂ ਇਸ ਅਧਿਆਏ ਵਿੱਚੋਂ ਪਹਿਲੇ ਵਿਸ਼ੇ ਬਾਰੇ ਜਾਣਨਾ ਸ਼ੁਰੂ ਕਰਦੇ ਹਾਂ। ਇਹ ਵਿਸ਼ਾ ਹੈ ਸੱਪ ਦੁਆਰਾ ਪਰਮੇਸ਼ਵਰ ਦੇ ਵਚਨ ਉੱਤੇ ਸ਼ੱਕ ਪੈਦਾ ਕਰਨ ਬਾਰੇ। ਪਹਿਲੇ ਪੜਾਅ ਵਿੱਚ ਇਹ ਦੇਖਿਆ ਜਾਵੇਗਾ ਕਿ ਕਿਸ ਤਰ੍ਹਾਂ ਮਨੁੱਖ ਨੂੰ ਪ੍ਰੀਖਿਆ ਵਿੱਚ ਪਾਉਣ ਦਾ ਆਧਾਰ ਬਣਾਇਆ ਜਾਂਦਾ ਹੈ। ਸੱਪ ਸਭ ਜੰਗਲੀ ਜਾਨਵਰਾਂ ਨਾਲੋਂ, ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ, ਚਾਤਰ ਸੀ ਅਤੇ ਉਸ ਨੇ ਉਸ ਤੀਵੀ ਨੂੰ ਆਖਿਆ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਸਵਾਲ ਪੈਦਾ ਹੁੰਦਾ ਹੈ ਕਿ ਪ੍ਰੀਖਿਆ ਕਿਉਂ? ਅਗਰ ਅਸੀਂ ਉਤਪਤ ਦੇ ਪਹਿਲੇ ਅਤੇ ਦੂਸਰੇ ਅਧਿਆਏ ਉੱਤੇ ਦੁਬਾਰਾ ਝਾਤੀ ਮਾਰੀਏ ਤਾਂ ਸਾਨੂੰ ਯਾਦ ਆਵੇਗਾ ਕਿ ਮਨੁੱਖ ਅਗਿਆਨੀ ਉਤਪੰਨ ਕੀਤਾ ਗਿਆ ਸੀ, ਪਰ ਮਨੁੱਖ ਧਰਮੀ ਜਾਂ ਰਾਸਤਬਾਜ਼ ਉਤਪੰਨ ਨਹੀਂ ਕੀਤਾ ਗਿਆ ਸੀ। ਧਾਰਮਿਕਤਾ ਹੈ ਕੀ? ਧਾਰਮਿਕਤਾ ਉਹ ਅਗਿਆਨਤਾ ਹੈ ਜੋ ਕਿ ਪ੍ਰੀਖਿਆ ਦੇ ਦੌਰਾਨ ਬਰਕਰਾਰ ਰੱਖੀ ਗਈ ਹੈ। ਜੀ ਹਾਂ, ਪ੍ਰੀਖਿਆ ਜਾਂ ਤਾਂ ਆਪ ਨੂੰ ਤਬਾਹ ਕਰੇਗੀ ਜਾਂ ਫਿਰ ਆਪ ਦੀ ਉਸਾਰੀ ਜਾਂ ਮਜ਼ਬੂਤੀ ਕਰੇਗੀ। ਇਹਨਾਂ ਦੋਹਾਂ ਵਿੱਚੋਂ ਇੱਕ ਕੰਮ ਇਹ ਕਰੇਗੀ ਹੀ। ਅਦਨ ਦਾ ਬਾਗ ਕੋਈ ਨਿੱਘਾ ਘਰ ਨਹੀਂ ਸੀ ਅਤੇ ਮਨੁੱਖ ਵੀ ਕਿਸੇ ਨਿੱਘੇ ਘਰ ਵਿੱਚ ਲਗਾਇਆ ਹੋਇਆ ਪੌਦਾ ਨਹੀਂ ਸੀ। ਚਾਲ ਚੱਲਣ ਦਾ ਵਿਕਾਸ ਕਰਨਾ ਜ਼ਰੂਰੀ ਹੈ ਅਤੇ ਇਸ ਦਾ ਵਿਕਾਸ ਪ੍ਰੀਖਿਆ ਦੀ ਉਪਸਥਿਤੀ ਜਾਂ ਹਜ਼ੂਰੀ ਵਿੱਚ ਹੀ ਹੋ ਸਕਦਾ ਹੈ। ਮਨੁੱਖ ਇੱਕ ਜ਼ਿੰਮੇਦਾਰ ਸ਼ਖਸੀਅਤ ਉਤਪੰਨ ਕੀਤਾ ਗਿਆ ਸੀ ਅਤੇ ਦੈਵੀ ਨਿਯਮਾਂ ਦੀ ਮਹਿਮਾ, ਪਾਲਣਾ, ਸੇਵਾ ਕਰਨ ਅਤੇ ਉਹਨਾਂ ਦੇ ਮਤਹਿਤ ਰਹਿਣ ਦੀ ਜ਼ਿੰਮੇਦਾਰ ਸੀ। ਮਨੁੱਖ ਨੇ ਆਪਣੇ ਆਪ ਨੂੰ ਉਤਪੰਨ ਨਹੀਂ ਕੀਤਾ। ਮੇਰਾ ਵਿਚਾਰ ਨਹੀਂ ਕਿ ਕੋਈ ਇਸ ਦਾ ਦਾਅਵਾ ਕਰਦਾ ਹੈ, ਪਰ ਮਨੁੱਖ ਨੂੰ ਪਰਮੇਸ਼ਵਰ ਨੇ ਉਤਪੰਨ ਕੀਤਾ। ਮਨੁੱਖ ਉੱਤੇ ਇਹ ਸ਼ਰਤ ਲਾਉਣ ਵਿੱਚ ਵੀ ਪਰਮੇਸ਼ਵਰ ਨੇ ਆਪ ਹੁਦਰਾ ਮਨ ਜਾਂ ਧੱਕੇਸ਼ਾਹੀ ਨਹੀਂ ਕੀਤੀ। ਉਸ ਨੇ ਮਨੁੱਖ ਨੂੰ ਕਿਹਾ ਕਿ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।
ਉਤਪਤੀ 2 ਅਧਿਆਏ ਉਸ ਦੀ 17 ਆਇਤ ਵਿੱਚ ਇਹ ਵਚਨ ਹਨ। ਬਾਗ ਵਿੱਚ ਖਾਣ ਲਈ ਸਿਰਫ ਇੱਕੋ ਹੀ ਫਲ ਤਾਂ ਨਹੀਂ ਸੀ। ਜੇਕਰ ਮਨੁੱਖ ਉਸ ਦਰਖਤ ਦੇ ਫਲ ਨੂੰ ਖਾਣ ਤੋਂ ਬਿਨਾਂ ਭੁੱਖਾ ਮਰਨ ਲੱਗਾ ਹੁੰਦਾ, ਜਾਂ ਫਿਰ ਜੇਕਰ ਉਸ ਨੂੰ ਇਹ ਨਾ ਦੱਸਿਆ ਗਿਆ ਹੁੰਦਾ ਕਿ ਤੂੰ ਇਸ ਦਰਖਤ ਦੇ ਫਲ ਤੋਂ ਨਾ ਖਾਈਂ, ਤਾਂ ਅਸੀਂ ਇਹ ਕਹਿ ਸਕਦੇ ਸੀ ਕਿ ਪਰਮੇਸ਼ਵਰ ਆਪ ਹੁਦਰਾ ਜਾਂ ਧੱਕੇਸ਼ਾਹੀ ਕਰਨ ਵਾਲਾ ਹੀ ਸੀ। ਅਦਨ ਦੇ ਬਾਗ ਵਿੱਚ ਫਲ ਦੇਣ ਵਾਲੇ ਅਨੇਕਾਂ ਹੀ ਹੋਰ ਬਿਰਛ ਸਨ। ਇਸ ਕਰਕੇ ਮਨੁੱਖ ਨੂੰ ਇਸ ਭਲੇ ਬੁਰੇ ਦੀ ਸਿਆਣ ਦੇ ਬਿਰਛ ਦੇ ਫਲ ਨੂੰ ਖਾਣ ਦੀ ਬਿਲਕੁਲ ਜ਼ਰੂਰਤ ਨਹੀਂ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਨੁੱਖ ਇੱਕ ਜ਼ਿੰਮੇਦਾਰ ਪ੍ਰਾਣੀ ਹੋ ਕੇ ਪੇਸ਼ ਹੁੰਦਾ ਹੈ। ਇਸ ਅਧਿਆਏ ਦੀ ਪਹਿਲੀ ਆਇਤ ਵਿੱਚ ਸਾਡੀ ਮੁਲਾਕਾਤ ਸੱਪ ਨਾਲ ਕਰਾਈ ਜਾਂਦੀ ਹੈ। ਜਾਇਜ਼ ਤੌਰ 'ਤੇ ਇਹ ਸਵਾਲ ਝੱਟ ਪੁੱਛਿਆ ਜਾ ਸਕਦਾ ਹੈ ਕਿ ਸੱਪ ਸੰਸਾਰ ਵਿੱਚ ਕਿੱਥੋਂ ਆ ਗਿਆ? ਉਹ ਅਦਨ ਦੇ ਬਾਗ ਵਿੱਚ ਕਿਵੇਂ ਜਾ ਵੜਿਆ? ਜੋ ਕੁਝ ਮੈਂ ਆਪ ਨੂੰ ਪਰਮੇਸ਼ਵਰ ਦੇ ਵਚਨ ਤੋਂ ਦੱਸ ਸਕਦਾ ਹਾਂ ਉਹ ਇਹ ਹੈ ਕਿ ਉਹ ਸੱਪ ਬਾਗ ਵਿੱਚ ਇੱਕ ਰੀਂਗਦਾ ਹੋਇਆ ਪ੍ਰਾਣੀ ਨਹੀਂ ਸੀ। ਅਸਲ ਵਿੱਚ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਉਹ ਉੱਥੇ ਕਿਵੇਂ ਪਹੁੰਚਿਆ, ਪਰ ਸਾਨੂੰ ਇਹ ਹੀ ਦੱਸਿਆ ਗਿਆ ਹੈ ਕਿ ਉਹ ਉੱਥੇ ਹੈ ਸੀ। ਪਰਮੇਸ਼ਵਰ ਦਾ ਵਚਨ ਬਹੁਤ ਕੁਝ ਦੱਸਣਾ ਛੱਡ ਦਿੰਦਾ ਹੈ। ਸੱਪ ਇੱਕ ਇਹੋ ਜਿਹਾ ਪ੍ਰਾਣੀ ਸੀ ਜਿਸ ਨੂੰ ਸ਼ੈਤਾਨ ਨੇ ਇਸਤੇਮਾਲ ਕੀਤਾ ਹੋ ਸਕਦਾ ਹੈ, ਅਤੇ ਸ਼ੈਤਾਨ ਨੇ ਉਸ ਨੂੰ ਇਸਤੇਮਾਲ ਕੀਤਾ ਵੀ। ਕੀ ਇਹੋ ਹੀ ਤਰੀਕਾ ਸ਼ੈਤਾਨ ਅੱਜ ਵੀ ਇਸਤੇਮਾਲ ਨਹੀਂ ਕਰਦਾ? ਨਵੇਂ ਨੇਮ ਵਿੱਚ ਪੌਲੁਸ ਰਸੂਲ ਕੋਰਿੰਥਸ ਦੇ ਮਸੀਹਾਂ ਨੂੰ ਲਿਖਦਾ ਹੋਇਆ ਇਹ ਕਹਿੰਦਾ ਹੈ ਕਿ ਇਹ ਅਚਰਜ ਦੀ ਗੱਲ ਨਹੀਂ, ਕਿਉਂ ਜੋ ਸ਼ੈਤਾਨ ਵੀ ਆਪਣੇ ਆਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਬਣਾਉਂਦਾ ਹੈ। ਇਹ ਵਚਨ 2 ਕੋਰਿੰਥੀਆਂ ਦੀ ਪੋਥੀ ਉਸ ਦਾ 11 ਅਧਿਆਏ ਉਸ ਦੀ 14 ਆਇਤ ਵਿੱਚ ਮਿਲਦੇ ਹਨ। ਬਾਈਬਲ ਦੀ ਆਖਰੀ ਪੁਸਤਕ, ਜਿਸ ਦਾ ਨਾਂ ਪ੍ਰਕਾਸ਼ ਦੀ ਪੋਥੀ ਹੈ, ਬਾਈਬਲ ਧਰਮ ਸ਼ਾਸਤਰ ਵਿੱਚ ਬਾਕੀ ਸਭ ਨਾਲੋਂ ਵੱਧ ਸ਼ੈਤਾਨ ਬਾਰੇ ਜ਼ਿਕਰ ਕਰਦੀ ਹੈ। ਉਸ ਪੁਸਤਕ ਵਿੱਚ ਲਿਖਿਆ ਹੋਇਆ ਹੈ ਕਿ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਦਾਉਂਦਾ ਹੈ, ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ, ਧਰਤੀ ਉੱਤੋਂ ਸੁੱਟਿਆ ਗਿਆ ਅਤੇ ਉਹਦੇ ਦੂਤ ਉਹਦੇ ਨਾਲ ਸੁੱਟੇ ਗਏ। ਪ੍ਰਕਾਸ਼ ਦੀ ਪੋਥੀ ਉਸ ਦਾ 12 ਅਧਿਆਏ ਅਤੇ ਉਸ ਦੀ 9 ਆਇਤ। ਇਹ ਪ੍ਰਾਣੀ ਅੱਜ ਕੱਲ੍ਹ ਜਾਣੇ ਜਾਣ ਵਾਲਾ ਰਿੰਗ ਦਾ ਸੱਪ ਨਹੀਂ ਸੀ। ਪਰਮੇਸ਼ਵਰ ਦੇ ਵਚਨ ਵਿੱਚ ਇਹੋ ਜਿਹਾ ਉਸ ਬਾਰੇ ਕੁਝ ਨਹੀਂ ਕਿਹਾ ਗਿਆ। ਪ੍ਰਕਾਸ਼ ਦੀ ਪੋਥੀ ਵਿੱਚ ਅੱਗੇ ਫਿਰ ਲਿਖਿਆ ਗਿਆ ਹੈ ਕਿ ਉਹਨੇ ਅਜਗਰ ਅਰਥਾਤ ਉਸ ਪੁਰਾਣੇ ਸੱਪ ਨੂੰ, ਜਿਹੜਾ ਇਬਲੀਸ ਅਤੇ ਸ਼ੈਤਾਨ ਹੈ, ਫੜਿਆ ਅਤੇ 1000 ਵਰ੍ਹੇ ਤੱਕ ਉਹਨੂੰ ਜਕੜ ਰੱਖਿਆ। ਪ੍ਰਕਾਸ਼ ਦੀ ਪੋਥੀ 20 ਅਧਿਆਏ ਉਸ ਦੀ 2 ਆਇਤ। ਇਹ ਪ੍ਰਾਣੀ ਇੱਕ ਬਹੁਤ ਹੀ ਕਾਬਲੀਅਤ ਵਾਲਾ ਹੈ। ਉਤਪਤੀ ਦੀ ਪੁਸਤਕ ਵਿੱਚ ਉਸ ਦੀ ਉਤਪਤੀ ਬਾਰੇ ਕੁਝ ਵੀ ਨਹੀਂ ਲਿਖਿਆ ਗਿਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਬਾਈਬਲ ਵਿੱਚ ਯਸ਼ਾਇਆ ਨਬੀ ਦੀ ਪੁਸਤਕ ਦਾ 14 ਅਧਿਆਏ ਅਤੇ ਹਿਜਕੀਅਲ ਨਬੀ ਦੀ ਪੁਸਤਕ ਦਾ 28 ਅਧਿਆਏ ਇਸ ਪ੍ਰਾਣੀ ਦੀ ਉਤਪਤੀ ਬਾਰੇ ਸਾਨੂੰ ਦੱਸਦੇ ਹਨ, ਅਤੇ ਇਹ ਵੀ ਦੱਸਿਆ ਗਿਆ ਹੈ ਕਿ ਇਹ ਪ੍ਰਾਣੀ ਕਿਵੇਂ ਬਣਿਆ। ਇਸ ਬਾਰੇ ਜ਼ਿਕਰ ਜਾਰੀ ਰੱਖਦਿਆਂ ਅਸੀਂ ਦੇਖਦੇ ਹਾਂ ਕਿ ਉਤਪਤੀ ਦੀ ਪੁਸਤਕ ਦੇ 3 ਅਧਿਆਏ ਵਿੱਚ ਅੱਗੇ ਲਿਖਿਆ ਹੋਇਆ ਹੈ ਕਿ ਤੀਵੀਂ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾ ਸਕਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੇ ਜੋ ਤੁਸੀਂ ਮਰ ਜਾਓ। ਉਤਪਤ ਉਸ ਦਾ 3 ਅਧਿਆਏ ਉਸ ਦੀ 2 ਅਤੇ 3 ਆਇਤ। ਜਗਤ ਵਿੱਚ ਸੱਪ ਸਿਰਫ ਔਰਤ ਕੋਲ ਹੀ ਕਿਉਂ ਆਇਆ? ਉਹ ਆਦਮੀ ਕੋਲ ਕਿਉਂ ਨਹੀਂ ਆਇਆ? ਜਦੋਂ ਪਰਮੇਸ਼ਵਰ ਨੇ ਆਦਮ ਨੂੰ ਉਤਪੰਨ ਕੀਤਾ, ਤਦੋਂ ਉਸਨੇ ਆਦਮ ਨੂੰ ਕਿਹਾ ਕਿ ਤੂੰ ਅਦਨ ਦੇ ਬਾਗ ਦੇ ਹਰ ਬਿਰਛ ਤੋਂ ਖਾ ਸਕਦਾ ਹੈ, ਪਰ ਇਸ ਬਿਰਛ ਤੋਂ ਹੀ
ਉਸ ਨੇ ਨਹੀਂ ਸੀ ਖਾਣਾ। ਔਰਤ ਬਾਅਦ ਵਿੱਚ ਉਤਪਤ ਕੀਤੀ ਗਈ। ਉਸ ਨੂੰ ਇਹ ਕਿਸੇ ਦੁਆਰਾ ਦੱਸਿਆ ਗਿਆ ਸੀ। ਉਸ ਨੂੰ ਇਸ ਦਾ ਪਤਾ ਆਦਮ ਤੋਂ ਲੱਗਾ ਸੀ। ਇਸੇ ਕਰਕੇ ਸੱਪ ਪਹਿਲਾਂ ਔਰਤ ਕੋਲ ਹੀ ਪਹੁੰਚਿਆ। ਸੱਚਮੁੱਚ ਇਹ ਮੇਰਾ ਖਿਆਲ ਹੈ ਕਿ ਔਰਤ ਮਨੁੱਖ ਨਾਲੋਂ ਵਧੀਆ ਬਣਾਈ ਗਈ ਸੀ। ਮੇਰੇ ਕਹਿਣ ਦਾ ਭਾਵ ਕਿ ਉਸ ਦੇ ਵਜੂਦ ਵਿੱਚ ਤਰਸ ਅਤੇ ਹਮਾਇਤ ਦੀ ਭਾਵਨਾ ਜ਼ਿਆਦਾ ਸੀ। ਸ਼ਾਇਦ ਉਹ ਮਨੁੱਖ ਨਾਲੋਂ ਜ਼ਿਆਦਾ ਦੂਸਰਿਆਂ ਦੇ ਸੁਝਾਅ ਨੂੰ ਮੰਨਦੀ ਸੀ। ਅਸਲ ਵਿੱਚ ਮੈਂ ਸੋਚਦਾ ਹਾਂ ਕਿ ਇੱਕ ਔਰਤ ਦਾ ਸੁਭਾਅ ਮਨੁੱਖ ਨਾਲੋਂ ਜ਼ਿਆਦਾ ਘੋਖ ਕਰਨ ਵਾਲਾ ਹੈ। ਔਰਤ ਹੀ ਹੈ ਜੋ ਕਿ ਹਰ ਕਿਸੇ ਨਾਲੋਂ ਜ਼ਿਆਦਾ ਸੰਪਰਦਾਇਆਂ ਅਤੇ ਮੱਤਾਂ ਵੱਲ ਜਾਂਦੀ ਹੈ ਅਤੇ ਮਨੁੱਖਾਂ ਨੂੰ ਉਹਨਾਂ ਵੱਲ ਖਿੱਚਦੀ ਹੈ। ਅਸਲ ਵਿੱਚ ਬਹੁਤ ਸਾਰੇ ਮੱਤਾਂ ਨੂੰ ਚਾਲੂ ਕਰਨ ਵਾਲੀਆਂ ਔਰਤਾਂ ਹੀ ਹੋਈਆਂ ਹਨ। ਸ਼ੈਤਾਨ ਸਭ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਹੈ। ਧਿਆਨ ਨਾਲ ਦੇਖੋ, ਸ਼ੈਤਾਨ ਨੇ ਕੀ ਕੀਤਾ ਸੀ। ਉਸਨੇ ਆ ਕੇ ਬਹੁਤ ਹੀ ਚਾਲਾਕ ਤਰੀਕਾ ਅਪਣਾਇਆ। ਉਸਨੇ ਆ ਕੇ ਇਹ ਪੁੱਛਿਆ, ਕੀ ਪਰਮੇਸ਼ਰ ਨੇ ਕਿਹਾ ਹੈ ਕਿ ਤੁਸੀਂ ਬਾਗ ਦੇ ਹਰ ਬਿਰਛ ਦਾ ਫਲ ਨਾ ਖਾਣਾ? ਇਸ ਨਾਲ ਪਰਮੇਸ਼ਵਰ ਦੇ ਵਚਨ ਤੇ ਸ਼ੱਕ ਪਾਇਆ ਗਿਆ। ਸ਼ੈਤਾਨ ਔਰਤ ਦੇ ਮਨ ਵਿੱਚ ਸ਼ੱਕ ਪਾ ਦਿੰਦਾ ਹੈ ਅਤੇ ਉਸ ਦੀ ਇੱਛਾ ਨੂੰ ਉਤੇਜਿਤ ਕਰਦਾ ਹੈ। ਉਹ ਉੱਤਰ ਦਿੰਦੀ ਹੈ ਕਿ ਅਸੀਂ ਹਰ ਬਿਰਛ ਤੋਂ ਖਾ ਸਕਦੇ ਹਾਂ, ਪਰ ਇਸ ਬਿਰਛ ਬਾਰੇ ਹੀ ਪਰਮੇਸ਼ਰ ਨੇ ਕਿਹਾ ਹੈ ਤੁਸੀਂ ਇਸ ਤੋਂ ਨਾ ਖਾਣਾ। ਇਹ ਹੀ ਸਿਰਫ ਪਰਮੇਸ਼ਰ ਨੇ ਕਿਹਾ ਸੀ, ਪਰ ਔਰਤ ਨੇ ਇਸ ਵਿੱਚ ਕੁਝ ਹੋਰ ਜੋੜ ਦਿੱਤਾ। ਨਾ ਇਸ ਨੂੰ ਛੂਣਾ ਹੀ ਤਾਂ ਕਿ ਤੁਸੀਂ ਮਰ ਨਾ ਜਾਓ। ਅਸੀਂ ਨਹੀਂ ਜਾਣਦੇ ਪਰਮੇਸ਼ਵਰ ਨੇ ਕਿੱਥੇ ਕਿਹਾ ਸੀ ਕਿ ਤੁਸੀਂ ਇਸ ਨੂੰ ਛੂਣਾ ਵੀ ਨਹੀਂ। ਅੱਗੇ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸੱਪ ਪਰਮੇਸ਼ਵਰ ਦੇ ਵਚਨ ਦਾ ਇਨਕਾਰ ਕਰਦਾ ਹੈ। ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ, ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਦੀ ਤਰ੍ਹਾਂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਉਤਪਤੀ ਦੀ ਪੁਸਤਕ ਉਸ ਦਾ 3 ਅਧਿਆਏ ਉਸ ਦੀ 4 ਅਤੇ 5 ਆਇਤ ਵਿੱਚ ਅਸੀਂ ਇਹ ਵਚਨ ਦੇਖਦੇ ਹਾਂ। ਸੱਪ ਨੇ ਇਹ ਕਹਿਣ ਦੀ ਬਜਾਏ ਕਿ ਤੁਸੀਂ ਕਦੀ ਨਾ ਮਰੋਗੇ, ਅਸਲ ਵਿੱਚ ਜੋ ਕਿਹਾ ਸੀ ਉਹਦਾ ਭਾਵ ਇਹ ਹੈ ਕਿ ਤੁਸੀਂ ਨਹੀਂ ਕਿਤੇ ਮਰਨ ਲੱਗੇ। ਕਿਉਂ? ਇਹ ਤਾਂ ਬਿਲਕੁਲ ਅਸੰਭਵ ਹੈ। ਉਹ ਪਰਮੇਸ਼ਵਰ ਦੇ ਪਿਆਰ ਅਤੇ ਉਸ ਦੀ ਭਲਾਈ ਉੱਤੇ ਪ੍ਰਸ਼ਨ ਚਿੰਨ੍ਹ ਲਾ ਦਿੰਦਾ ਹੈ। ਜੇਕਰ ਪਰਮੇਸ਼ਵਰ ਭਲਾ ਹੈ ਤਾਂ ਉਸਨੇ ਇਹ ਬੰਦਸ਼ ਇਸ ਲਈ ਇਸ ਤਰ੍ਹਾਂ ਦੀ ਕਿਉਂ ਲਗਾਈ? ਸੱਪ ਇਹ ਦੱਸਦਾ ਹੈ ਕਿ ਪਰਮੇਸ਼ਵਰ ਦਾ ਇਹ ਕਹਿਣਾ ਠੀਕ ਨਹੀਂ ਹੈ, ਸੋ ਤੁਸੀਂ ਨਹੀਂ ਮਰੋਗੇ। ਜਦੋਂ ਸੱਪ ਇਹ ਦੱਸਦਾ ਹੈ ਕਿ ਤੁਸੀਂ ਤਾਂ ਖੁਦ ਪਰਮੇਸ਼ਵਰ ਬਣ ਜਾਓਗੇ, ਕਿਉਂਕਿ ਪਰਮੇਸ਼ਵਰ ਨੂੰ ਪਤਾ ਹੈ ਕਿ ਜਿਸ ਦਿਨ ਤੁਸੀਂ ਉਸ ਦਰਖਤ ਤੋਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਵਾਂਗ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਤਦ ਇਸ ਨਾਲ ਸੱਪ ਪਰਮੇਸ਼ਵਰ ਦੀ ਪਵਿੱਤਰਤਾ ਉੱਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਦਿੰਦਾ ਹੈ। ਜੋ ਹਵਾ ਨੇ ਕੀਤਾ ਉਹ ਇਹ ਸੀ ਕਿ ਉਸਨੇ ਪਰਮੇਸ਼ਵਰ ਦੇ ਵਚਨ ਵਿੱਚ ਆਪਣੇ ਕੋਲੋਂ ਜੋੜ ਦਿੱਤਾ। ਇੱਕ ਉਦਾਰਵਾਦੀ ਅਤੇ ਨਾਸਤਿਕ ਪਰਮੇਸ਼ਵਰ ਦੇ ਵਚਨ ਵਿੱਚੋਂ ਕੱਢ ਦਿੰਦੇ ਹਨ ਅਤੇ ਪਰਮੇਸ਼ਵਰ ਦੇ ਵਚਨ ਨੇ ਇਸ ਦੇ ਵਿਰੁੱਧ ਚੇਤਾਵਨੀ ਦਿੱਤੀ ਹੋਈ ਹੈ। ਕਈ ਧਾਰਮਿਕ ਸੰਪਰਦਾਇ ਪਰਮੇਸ਼ਵਰ ਦੇ ਵਚਨ ਵਿੱਚ ਆਪਣੇ ਕੋਲੋਂ ਜੋੜ ਦਿੰਦੇ ਹਨ ਅਤੇ ਪਰਮੇਸ਼ਵਰ ਦਾ ਵਚਨ ਇਸ ਦੇ ਖਿਲਾਫ ਵੀ ਚੇਤਾਵਨੀ ਦਿੰਦਾ ਹੈ। ਕੁਝ ਇਹੋ ਜਿਹੇ ਲੋਕ ਵੀ ਹਨ ਜੋ ਕਿ ਇਹ ਕਹਿੰਦੇ ਹਨ ਕਿ ਅਸੀਂ ਵਿਵਸਥਾ ਜਾਂ ਕੰਮਾਂ ਦੁਆਰਾ ਬਚਾਏ ਜਾਂਦੇ ਹਾਂ। ਉਹ ਦਲੀਲਾਂ ਦਿੰਦੇ ਹਨ ਕਿ ਠੀਕ ਹੈ ਕਿ ਮੁਕਤੀ ਵਿਸ਼ਵਾਸ ਦੁਆਰਾ ਹੈ, ਪਰ ਵਿਸ਼ਵਾਸ ਦੇ ਨਾਲ ਵੀ ਕੁਝ ਜੁੜਨਾ ਜ਼ਰੂਰੀ ਹੈ। ਉਹ ਇਸ ਦੇ ਨਾਲ ਕੁਝ ਵੀ ਜੋੜਨ ਦੇ ਮਾਹਰ ਹਨ। ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਕਿ ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਪਰਮੇਸ਼ਵਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਹਨੂੰ ਭੇਜਿਆ ਉਸ ਉੱਤੇ ਤੁਸੀਂ ਨੇਚਾ ਕਰੋ। ਯੋਹੰਨਾ 6 ਅਧਿਆਏ ਉਸ ਦੀ 29 ਆਇਤ ਵਿੱਚ ਅਸੀਂ ਇਸ ਵਚਨ ਨੂੰ ਪੜ੍ਹਦੇ ਹਾਂ। ਇਹ ਕਿੰਨਾ ਜ਼ਰੂਰੀ ਹੈ।
ਸ਼ੈਤਾਨ ਪਰਮੇਸ਼ਰ ਦੀ ਵਿਰੋਧਤਾ ਬੜੀ ਚਾਲਾਕੀ ਨਾਲ ਕਰਦਾ ਹੈ। ਉਹ ਆਪਣੇ ਲਫ਼ਜ਼ਾਂ ਨੂੰ ਪਰਮੇਸ਼ਵਰ ਦੇ ਵਚਨ ਵਿੱਚ ਬਦਲ ਦਿੰਦਾ ਹੈ। ਬਾਈਬਲ ਦੇ ਨਵੇਂ ਨੇਮ ਦੀ ਪੁਸਤਕ ਰੋਮੀਆਂ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਵਿਸ਼ਵਾਸ ਆਗਿਆ ਪਾਲਣ ਲਈ ਅਗਵਾਈ ਕਰਦਾ ਹੈ ਅਤੇ ਅਵਿਸ਼ਵਾਸ ਨਾਫਰਮਾਨੀ ਵੱਲ ਲੈ ਜਾਂਦਾ ਹੈ। ਸ਼ੱਕ ਹਮੇਸ਼ਾ ਨਾਫਰਮਾਨੀ ਵੱਲ ਲੈ ਜਾਂਦੀ ਹੈ। ਅੱਗੇ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਮਨੁੱਖ ਅਤੇ ਔਰਤ ਪਰਮੇਸ਼ਵਰ ਦੇ ਵਚਨ ਤੋਂ ਆਕੀ ਹੋ ਜਾਂਦੇ ਹਨ। ਜਦੋਂ ਤੀਮੀ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਂਦਾ ਹੈ, ਤਾਂ ਉਸਨੇ ਉਹਦੇ ਫਲ ਤੋਂ ਲਿਆ ਅਤੇ ਆਪ ਖਾਧਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਖਾਧਾ। ਇਹ ਵਚਨ ਉਤਪੱਤੀ ਪੁਸਤਕ ਉਸਦਾ 3 ਅਧਿਆਏ ਉਸਦੀ 6 ਆਇਤ ਵਿੱਚ ਮਿਲਦੇ ਹਨ। ਧਿਆਨ ਨਾਲ ਦੇਖੋ ਕਿ ਸੱਪ ਨੇ ਕਿੰਨੀ ਰੋਚਕ ਅਪੀਲ ਕੀਤੀ। ਇਹ ਅਪੀਲ ਸਰੀਰਕ ਸੀ। ਦਰਖਤ ਖਾਣ ਲਈ ਚੰਗਾ ਸੀ, ਪਰ ਇਹ ਹੀ ਸਭ ਕੁਝ ਨਹੀਂ ਸੀ। ਇਹ ਅਸਲ ਵਿੱਚ ਇੰਨਾ ਮਹੱਤਵਪੂਰਨ ਨਹੀਂ ਸੀ। ਇਹ ਫਲ ਦੇਖਣ ਵਿੱਚ ਵੀ ਮਨ ਭਾਉਂਦਾ ਸੀ, ਪਰ ਇਹ ਸਰੀਰਕ ਹੋਣ ਦੇ ਨਾਲ ਨਾਲ ਮਾਨਸਿਕ ਅਪੀਲ ਵੀ ਸੀ। ਇਹ ਬਿਰਛ ਬੁੱਧੀਮਾਨ ਬਣਾਉਣ ਲਈ ਮਨ ਭਾਉਂਦਾ ਸੀ। ਇਹ ਮਨੁੱਖ ਦੇ ਧਾਰਮਿਕ ਪਹਿਲੂ ਨਾਲ ਸੰਬੰਧਿਤ ਅਪੀਲ ਵੀ ਸੀ। ਆਪ ਅੱਗੇ ਵੇਖੋਗੇ ਕਿ ਇਹ ਹੀ ਪ੍ਰੀਖਿਆ ਸ਼ੈਤਾਨ ਪ੍ਰਭੂ ਯੀਸ਼ੂ ਮਸੀਹ ਜੀ ਅੱਗੇ ਵੀ ਲਿਆਇਆ ਸੀ। ਇਸ ਦਾ ਜ਼ਿਕਰ ਨਵੇਂ ਨੇਮ ਵਿੱਚ ਮਤੀ ਦੀ ਇੰਜੀਲ ਦੇ 4 ਅਧਿਆਏ, ਮਰਕੁਸ ਦੀ ਇੰਜੀਲ ਦੇ 1 ਅਧਿਆਏ ਅਤੇ ਲੂਕਾ ਦੀ ਇੰਜੀਲ ਉਸਦੇ 4 ਅਧਿਆਏ ਵਿੱਚ ਹਨ। ਸਭ ਤੋਂ ਪਹਿਲਾਂ ਉਸਨੇ ਪ੍ਰਭੂ ਯੀਸ਼ੂ ਜੀ ਨੂੰ ਕਿਹਾ ਕਿ ਇਹਨਾਂ ਪੱਥਰਾਂ ਦੀਆਂ ਰੋਟੀਆਂ ਬਣਾ ਦੇ। ਇਹ ਇੱਕ ਸਰੀਰਕ ਅਪੀਲ ਸੀ, ਜਿਵੇਂ ਕਿ ਬਿਰਛ ਖਾਣ ਲਈ ਚੰਗਾ ਸੀ। ਇਸ ਤੋਂ ਬਾਅਦ ਸ਼ੈਤਾਨ ਨੇ ਪ੍ਰਭੂ ਯੀਸ਼ੂ ਜੀ ਨੂੰ ਦੁਨੀਆ ਦੀਆਂ ਬਾਦਸ਼ਾਹਤਾਂ ਦਿਖਾਈਆਂ ਅਤੇ ਉਹ ਸਭ ਉਸ ਨੂੰ ਦੇਣ ਲਈ ਉਸ ਦੇ ਅੱਗੇ ਰੱਖੀਆਂ। ਇਹ ਇੱਕ ਮਾਨਸਿਕ ਅਪੀਲ ਸੀ, ਜਿਵੇਂ ਕਿ ਬਿਰਛ ਦੇਖਣ ਨੂੰ ਮਨ ਭਾਉਂਦਾ ਸੀ। ਫਿਰ ਆਖਰ ਵਿੱਚ ਸ਼ੈਤਾਨ ਨੇ ਪ੍ਰਭੂ ਯੀਸ਼ੂ ਜੀ ਨੂੰ ਕਿਹਾ ਕਿ ਤੂੰ ਆਪਣੇ ਆਪ ਨੂੰ ਮੰਦਰ ਤੋਂ ਡੇਗ ਦੇ। ਇਹ ਇੱਕ ਮਨੁੱਖ ਦੇ ਧਾਰਮਿਕ ਪਹਿਲੂ ਲਈ ਅਪੀਲ ਸੀ, ਜਿਵੇਂ ਕਿ ਬਿਰਛ ਕਿਸੇ ਨੂੰ ਬੁੱਧੀਵਾਨ ਬਣਾਉਣ ਲਈ ਇੱਛਾਯੋਗ ਸੀ। ਮੈਂ ਨਹੀਂ ਸੋਚਦਾ ਕਿ ਸ਼ੈਤਾਨ ਦੀਆਂ ਨੀਤੀਆਂ ਵਿੱਚ ਅੱਜ ਕੋਈ ਫਰਕ ਆਇਆ ਹੈ। ਉਹ ਇਹੋ ਦਾ ਪੇਚ ਹੀ ਮੇਰੇ ਅਤੇ ਤੁਹਾਡੇ ਉੱਤੇ ਵੀ ਵਰਤਦਾ ਹੈ। ਉਸ ਦੇ ਇਹਨਾਂ ਤਰੀਕਿਆਂ ਨੂੰ ਵਰਤਣ ਦਾ ਕਾਰਨ ਇਹ ਹੈ ਕਿ ਉਹ ਕਾਮਯਾਬ ਵੀ ਹੁੰਦੇ ਹਨ। ਸ਼ੈਤਾਨ ਨੂੰ ਇਹਨਾਂ ਤੌਰ ਤਰੀਕਿਆਂ ਨੂੰ ਇਸ ਕਰਕੇ ਬਦਲਣ ਦੀ ਲੋੜ ਨਹੀਂ ਪਈ ਹੈ, ਕਿਉਂਕਿ ਅਸੀਂ ਸਾਰੇ ਇੱਕੋ ਜਿਹੇ ਹੀ ਹਾਂ। ਨਵੇਂ ਨੇਮ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਸਭੋ ਕੁਝ ਜੋ ਸੰਸਾਰ ਵਿੱਚ ਹੈ, ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਿਮਾਨ, ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਇਸ ਦਾ ਜ਼ਿਕਰ ਬਾਈਬਲ ਧਰਮ ਸ਼ਾਸਤਰ ਵਿੱਚ 1 ਯੋਹੰਨਾ ਦੀ ਪੱਤਰੀ ਉਸਦਾ 2 ਅਧਿਆਏ ਉਸਦੀ 16 ਆਇਤ ਵਿੱਚ ਮਿਲਦਾ ਹੈ। ਸਰੀਰ ਦੀ ਕਾਮਨਾ ਇਹ ਉਹ ਹੀ ਹੈ ਜੋ ਕਿ ਬਿਰਛ ਖਾਣ ਨੂੰ ਚੰਗਾ ਸੀ। ਨੇਤਰਾਂ ਦੀ ਕਾਮਨਾ ਉਹ ਹੈ ਜੋ ਕਿ ਬਿਰਛ ਦੇਖਣ ਨੂੰ ਚੰਗਾ ਸੀ। ਜੀਵਨ ਦਾ ਅਭਿਮਾਨ ਇਹ ਹੈ ਜੋ ਬਿਰਛ ਮਨੁੱਖ ਨੂੰ ਬੁੱਧੀਮਾਨ ਬਣਾਉਣ ਲਈ ਮਨ ਭਾਉਂਦਾ ਸੀ। ਇਹ ਸਭ ਚੀਜ਼ਾਂ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹਨ। ਯੀਸ਼ੂ ਜੀ ਨੇ ਕਿਹਾ ਹੈ ਕਿ ਇੱਕ ਸਰੀਰਕ ਪਾਪ ਦਿਲ ਦੀ ਗਹਿਰਾਈ ਤੋਂ ਨਿਕਲਦੇ ਹਨ। ਇਹ ਹੀ ਉਹ ਜਗ੍ਹਾ ਹੈ ਜਿੱਥੇ ਸ਼ੈਤਾਨ ਜ਼ੋਰ ਮਾਰਦਾ ਹੈ। ਇਹੀ ਵਿਧੀ ਹੈ ਜਿਸ ਦਾ ਇਸਤੇਮਾਲ ਉਹ ਦਿਲ ਦੇ ਵਿੱਚ ਦਾਖਲ ਹੋਣ ਅਤੇ ਮਨੁੱਖੀ ਜਾਤੀ ਨੂੰ ਅਗਵਾ ਕਰਨ ਲਈ ਕਰਦਾ ਹੈ। ਉਹ ਕਾਮਯਾਬ ਵੀ ਹੋਇਆ। ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਨੂੰ ਭਲੇ ਬੁਰੇ ਦੀ ਸਿਆਣ ਹੋ ਜਾਵੇਗੀ, ਅਤੇ ਹੋਇਆ ਕਿ ਇਸ ਦੇ ਨਾਲ ਹੀ ਮਨੁੱਖ ਦੇ ਪਾਪ ਵਿੱਚ ਡਿੱਗਣ ਦੇ ਨਤੀਜੇ ਬਾਰੇ ਅਸੀਂ ਪ੍ਰਵੇਸ਼ ਕਰਦੇ ਹਾਂ। ਤਦ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣ ਲਿਆ ਭਈ ਅਸੀਂ ਨੰਗੇ ਹਾਂ। ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਉਂ ਕੇ ਆਪਣੇ ਲਈ ਤਹਿਮਦ ਬਣਾਏ। ਇਹ ਵਚਨ ਉਤਪੱਤੀ ਉਸਦਾ 2 ਅਧਿਆਏ ਉਸਦੀ 7 ਆਇਤ ਵਿੱਚ ਅਸੀਂ ਦੇਖਦੇ ਹਾਂ। ਅਤੇ ਉਹਨਾਂ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ।
ਇਹ ਉਹਨਾਂ ਦੀ ਚੇਤਨਤਾ ਦਾ ਜ਼ਿਕਰ ਹੈ। ਪਾਪ ਵਿੱਚ ਡਿੱਗਣ ਤੋਂ ਪਹਿਲਾਂ ਆਦਮੀ ਵਿੱਚ ਚੇਤਨਤਾ ਨਹੀਂ ਸੀ। ਮਨੁੱਖ ਮਾਸੂਮ ਸੀ। ਮਾਸੂਮੀਅਤ ਬੁਰਾਈ ਦੀ ਅਗਿਆਨਤਾ ਹੈ। ਮਨੁੱਖ ਨੇ ਚੇਤਨਤਾ ਨਹੀਂ ਬਣਾਈ। ਉਹ ਇੱਕ ਦੋਸ਼ ਲਾਉਣ ਵਾਲਾ ਹੈ ਜੋ ਕਿ ਸਾਡੇ ਵਿੱਚੋਂ ਹਰ ਇੱਕ ਦੇ ਅੰਦਰ ਰਹਿੰਦਾ ਹੈ। ਦੋਸ਼ ਦੀ ਉਲਝਣ ਮਨੁੱਖ ਦੀ ਸੱਚੀ ਬਾਂਹ ਦੇ ਸਮਾਨ ਉਸ ਦੇ ਜੀਵਨ ਦਾ ਇੱਕ ਹਿੱਸਾ ਹੈ। ਮਨੁੱਖ ਇਸ ਤੋਂ ਕਿਸੇ ਮਾਨਸਿਕ ਤਰੀਕੇ ਨਾਲ ਛੁਟਕਾਰਾ ਨਹੀਂ ਪਾ ਸਕਦਾ। ਉਹਨਾਂ ਨੇ ਜਾਣ ਲਿਆ ਕਿ ਅਸੀਂ ਨੰਗੇ ਹਾਂ, ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਉਂ ਕੇ ਆਪਣੇ ਲਈ ਤਹਿਮਦ ਬਣਾਏ। ਕੀ ਆਪਨੇ ਇਹ ਧਿਆਨ ਦਿੱਤਾ ਹੈ ਕਿ ਇੱਥੇ ਫਗੂੜੀ ਦੇ ਬਿਰਛ ਦਾ ਹੀ ਖਾਸ ਕਰਕੇ ਜ਼ਿਕਰ ਹੈ। ਫਗੂੜੀ ਦੇ ਪੱਤਿਆਂ ਨੇ ਛੁਪਾ ਲਿਆ, ਪਰ ਅਸਲ ਵਿੱਚ ਢਕਿਆ ਨਹੀਂ। ਆਦਮ ਅਤੇ ਹਵਾ ਨੇ ਆਪਣਾ ਪਾਪ ਅੰਗੀਕਾਰ ਨਹੀਂ ਕੀਤਾ। ਉਹਨਾਂ ਨੇ ਆਪਣਾ ਪਾਪ ਛੁਪਾਉਣ ਦੀ ਕੋਸ਼ਿਸ਼ ਕੀਤੀ। ਉਹ ਆਪਣੀ ਖੋਈ ਹੋਈ ਹਾਲਤ ਨੂੰ ਮੰਨਣ ਲਈ ਤਿਆਰ ਨਹੀਂ ਸਨ। ਧਰਮ ਵਿੱਚ ਮਨੁੱਖ ਦੀ ਅੱਜ ਵੀ ਇਹੋ ਜਿਹੀ ਹਾਲਤ ਹੀ ਹੈ। ਉਹ ਰੀਤੀ ਰਿਵਾਜ਼ਾਂ ਅਤੇ ਅਭਿਆਸਾਂ ਵਿੱਚ ਫਸਿਆ ਹੋਇਆ ਹੈ। ਆਪਣੇ ਆਪ ਨੂੰ ਧਾਰਮਿਕ ਬਣਾਉਂਦਾ ਹੈ। ਕੀ ਆਪ ਨੂੰ ਪਤਾ ਹੈ ਕਿ ਪ੍ਰਭੂ ਨੇ ਫਗੂੜੀ ਦੇ ਦਰਖਤ ਨੂੰ ਸਰਾਪ ਦਿੱਤਾ ਸੀ? ਇਹ ਬਹੁਤ ਹੀ ਦਿਲਚਸਪ ਹੈ। ਉਸ ਨੇ ਧਰਮ ਦਾ ਖੰਡਨ ਕੀਤਾ, ਕਿਉਂਕਿ ਧਰਮ ਸਿਰਫ ਪਾਪ ਨੂੰ ਛੁਪਾਉਂਦਾ ਹੈ। ਇਸ ਪ੍ਰੀਖਿਆ ਵਿੱਚ ਸ਼ੈਤਾਨ ਨੇ ਪਰਮੇਸ਼ੁਰ ਅਤੇ ਮਨੁੱਖ ਦੀ ਆਤਮਾ ਦੇ ਵਿਚਕਾਰ ਆਉਣਾ ਚਾਹਿਆ। ਦੂਸਰੇ ਸ਼ਬਦਾਂ ਵਿੱਚ ਉਸ ਨੇ ਮਨੁੱਖ ਨੂੰ ਪਰਮੇਸ਼ਵਰ ਤੋਂ ਅੱਡ ਕਰਕੇ ਆਪਣੇ ਵੱਲ ਖਿੱਚਣਾ ਚਾਹਿਆ, ਤਾਂ ਕਿ ਸ਼ੈਤਾਨ ਖੁਦ ਮਨੁੱਖ ਦਾ ਪਰਮੇਸ਼ਵਰ ਬਣੇ। ਸਰੀਰ ਦੀ ਪ੍ਰੀਖਿਆ ਉਸੇ ਦਿਨ ਮਨੁੱਖ ਉੱਤੇ ਘਰ ਨਹੀਂ ਕਰ ਗਈ। ਉਹ ਚੋਰੀ ਕਰਨ, ਝੂਠ ਬੋਲਣ ਅਤੇ ਬੁਰੀ ਇੱਛਾ ਲਈ ਉਤੇਜਿਤ ਨਹੀਂ ਹੋਇਆ। ਉਹ ਬਸ ਪਰਮੇਸ਼ਰ ਉੱਤੇ ਸ਼ੱਕ ਕਰਨ ਵਿੱਚ ਵੀ ਉਤੇਜਿਤ ਹੋਇਆ। ਸ਼ੈਤਾਨ ਦੇ ਤਰੀਕੇ ਦਾ ਧਿਆਨ ਕਰੋ। ਪਹਿਲਾਂ ਹਵਾ ਨੇ ਦੇਖਿਆ ਕਿ ਬਿਰਛ ਖਾਣ ਲਈ ਚੰਗਾ ਹੈ, ਫਿਰ ਇਹ ਦੇਖਣ ਨੂੰ ਵੀ ਮਨ ਭਾਉਂਦਾ ਸੀ, ਅਤੇ ਤੀਸਰੇ ਇੱਕ ਮਨੁੱਖ ਨੂੰ ਬੁੱਧੀਮਾਨ ਬਣਾਉਣ ਲਈ ਲੋੜੀਂਦਾ ਸੀ। ਸ਼ੈਤਾਨ ਬਾਹਰ ਤੋਂ ਅੰਦਰ ਅਤੇ ਨਾ ਹੋਣ ਤੇ ਵੀ ਸ਼ੱਕ ਪੈਦਾ ਕਰਦਾ ਹੈ। ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਮਨੁੱਖ ਦੇ ਦਿਲ ਵਿੱਚੋਂ ਆਰੰਭ ਕਰਦਾ ਹੈ। ਯਿਸੂ ਜੀ ਨੇ ਕਿਹਾ, ਜ਼ਰੂਰੀ ਹੈ ਤੂੰ ਨਵਾਂ ਜਨਮ ਪਾਵੇਂ। ਮਸੀਹਤ ਕੋਈ ਧਰਮ ਨਹੀਂ, ਮਸੀਹਤ ਮਸੀਹ ਹੀ ਹੈ। ਫਗੂੜੀ ਦੇ ਪੱਤਿਆਂ ਨੂੰ ਕਿਸੇ ਵੀ ਡਿਜ਼ਾਈਨ ਵਿੱਚ ਸਿਉਂ ਕੇ ਸਾਡੇ ਪਾਪ ਨਹੀਂ ਢੱਕੇ ਜਾ ਸਕਦੇ। ਜ਼ਰੂਰੀ ਹੈ ਕਿ ਮਨੁੱਖ ਆਪਣੇ ਦਿਲੋਂ ਪਾਪਾਂ ਨੂੰ ਮੰਨ ਕੇ ਤੋਬਾ ਕਰੇ। ਇਹ ਹੀ ਜਿਸ ਬਾਰੇ ਪ੍ਰਭੂ ਯਿਸੂ ਜੀ ਨੇ ਕਿਹਾ ਸੀ ਕਿ ਬਰਤਨ ਦਾ ਅੰਦਰੋਂ ਸਾਫ਼ ਹੋਣਾ ਜ਼ਰੂਰੀ ਹੈ, ਜੋ ਵਿਸ਼ਵਾਸ ਕਰਕੇ ਤੋਬਾ ਕਰਨ ਨਾਲ ਹੁੰਦਾ ਹੈ। ਅਸੀਂ ਇਹਨਾਂ ਵਚਨਾਂ ਨਾਲ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਪ੍ਰਭੂ ਆਪ ਨੂੰ ਇਹਨਾਂ ਵਚਨਾਂ ਦੇ ਦੁਆਰਾ ਅਸੀਸ ਦੇਵੇ। ਪਿਆਰੇ ਦਰਸ਼ਕੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਉਤਪਤ ਦੇ ਤੀਸਰੇ ਅਧਿਆਇ ਦਾ ਅਧਿਐਨ ਕਰਦੇ ਹੋਏ ਅਸੀਂ ਵੇਖਿਆ ਕਿ ਸੱਪ ਕਿਵੇਂ ਔਰਤ ਅਰਥਾਤ ਹਵਾ ਨੂੰ ਭਰਮਾਉਂਦਾ ਹੈ, ਜਿਸ ਕਰਕੇ ਆਦਮ ਅਤੇ ਹਵਾ ਪਰਮੇਸ਼ਰ ਦੀ ਆਗਿਆ ਦਾ ਉਲੰਘਣ ਕਰਕੇ ਪਾਪ ਵਿੱਚ ਡਿੱਗ ਜਾਂਦੇ ਹਨ। ਆਦਮ ਅਤੇ ਹਵਾ ਦੀ ਪ੍ਰੀਖਿਆ ਕਰਕੇ ਸ਼ੈਤਾਨ ਨੇ ਉਹਨਾਂ ਨੂੰ ਪਰਮੇਸ਼ਰ ਤੋਂ ਵੱਖਰਾ ਕਰਕੇ ਆਪਣੇ ਵੱਲ ਖਿੱਚਣਾ ਚਾਹਿਆ, ਤਾਂ ਜੋ ਉਹ ਉਹਨਾਂ ਦਾ ਆਪ ਪਰਮੇਸ਼ਰ ਬਣੇ। ਦੋਸਤੋ, ਸ਼ੈਤਾਨ ਹਮੇਸ਼ਾ ਤੋਂ ਹੀ ਝੂਠ ਬੋਲਦਾ ਆ ਰਿਹਾ ਹੈ। ਇਸ ਕਰਕੇ ਉਸ ਨੂੰ ਝੂਠ ਦਾ ਪਿਤਾ ਵੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਉਸਨੇ ਆਦਮ ਅਤੇ ਹਵਾ ਦੀ ਪ੍ਰੀਖਿਆ ਕੀਤੀ ਅਤੇ ਉਹਨਾਂ ਨੂੰ ਪਾਪ ਵਿੱਚ ਡੇਗ ਦਿੱਤਾ, ਇਸੇ ਤਰ੍ਹਾਂ ਉਹਨੇ ਬਾਈਬਲ ਧਰਮ ਸ਼ਾਸਤਰ ਦੇ ਨਵੇਂ ਨੇਮ ਦੇ ਵਿੱਚ ਯੀਸ਼ੂ ਮਸੀਹ ਦੀ ਪ੍ਰੀਖਿਆ ਕੀਤੀ, ਪਰ ਆਪਣੀ ਚਾਲ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਦੋਸਤੋ, ਇਹੀ ਉਹ ਵਿਧੀ ਹੈ ਜਿਸ ਦੇ ਦੁਆਰਾ ਸ਼ੈਤਾਨ ਮਨੁੱਖੀ ਜਾਤੀ ਦੇ ਦਿਲ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਉਹਨਾਂ ਤੋਂ ਗਲਤ ਕੰਮ ਕਰਵਾਉਂਦਾ ਹੈ। ਕਿ ਅੱਜ ਸ਼ੈਤਾਨ ਸਾਡੀ ਪ੍ਰੀਖਿਆ ਨਹੀਂ ਕਰਦਾ? ਕਿ ਉਹ ਸਾਨੂੰ ਵੀ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ? ਸੱਚ ਤਾਂ ਇਹ ਹੈ ਕਿ ਜਦੋਂ ਅਸੀਂ ਉਹਦੀ ਪ੍ਰੀਖਿਆ ਵਿੱਚ ਪੈਂਦੇ ਹਾਂ ਤਾਂ ਬਹੁਤ ਵਾਰ ਇਸ ਦੇ ਵਿੱਚ ਆਦਮ ਅਤੇ ਹਵਾ ਵਾਂਗ ਫੇਲ ਹੋ ਜਾਂਦੇ ਹਾਂ। ਪਰ ਜਦੋਂ ਆਦਮ ਅਤੇ ਹਵਾ
फेल होए तो उन्होंने अपने पाप का अंगीकार नहीं किया, बल्कि उसनूं छुपाउण की कोशिश की। पर दोस्तों, सानू अपनियां गलतियां अते पापां नूं लुकाउण की लोड़ नहीं है, सगों मन्नण की लोड़ है, क्योंकि साडे कोल यीशु मसीह है जो साडे पापां नूं माफ़ कर सकता है। दोस्तों, अगर तुसी अपने पापां दा अंगीकार करना चाहुंदे हो जां मनदे हो तो आओ मेरे नाल इस प्रार्थना दे विच बणो। मैं तुहाडे लई दुआ करदा। प्यारे प्रेमी परमेश्वर, प्यारे प्रभु जी, असी अज दे प्रोग्राम दे द्वारा जाणिया कि मनुख तुहाडीआं आग्यावां दी उलंघना करके पापी ठहराया गया। प्यारे प्रभु जी, असी भी पिता प्रभु श्री बहुत सारियां गल्लां दे विच पापी सां। तुसीं साडे उत्ते किरपा कीती, असी अपने पापां नूं मन्निया अते पिता प्रभु श्री तुसीं साडे पापां नूं माफ़ कर दिता। प्यारे प्रभु जी, मैं इस समय प्रार्थना करदा उन्हां भरावां लई भैणां लई जिहड़े इस समय अपने पापां दे लई दुखी हन, निराश हन, उन्हां नूं किसी तरफ तो कोई रस्ता नज़र नहीं आउंदा। प्यारे प्रभु जी, उन्हां दे जीवनां दे विच तुहाडा वड्डा काम होए, तुसीं उन्हां दे जीवन नूं बदलो, बुरे कम्मां तो बच सकन अते मन सकन कि वो पापी हन। प्यारे प्रभु जी, तुसीं पापी सुभाव नूं उन्हां दे शरीर दे विचों, मनां दे विचों दूर करो अते पिता प्रभु जी चंगे कम्मां दे लई उस नूं ला सको। मैं दुआ करदा पिता प्रभु जी, इस समय जिस तरीके नाल असीं अज दे संदेश दे द्वारा पिता प्रभु जी दी सिੱਖਿਆ है, तुहाडीआं आग्यावां दा जदों असीं उलंघना करदे पिता प्रभु श्री ते असीं पापी ठहराए जांदे। प्यारे प्रभु जी, साडे मनां दे विच खुदावंद इहो जिहा कोई पाप ना रहे पिता प्रभु श्री जिस दे द्वारा साडा नाता तुहाडे नाल टुੱਟਦਾ है। प्यारे प्रभु जी, मैं दुआ करदा पिता प्रभु श्री अज पिता प्रभु श्री जिहड़े भैन ते भरा अपने पापां दा अंगीकार करना चाहुंदे ने पिता प्रभु श्री उन्हां दे हिरदिਆਂ नूं पिता प्रभु श्री तैयार करो ते प्रार्थना करदा उन्हां दे जीवनां दे विच तुहाडा वड्डा चमत्कार होए पिता प्रभु श्री अते प्रार्थना करदा उन्हां दे पाप पिता प्रभु श्री तुसीं वेखे ने अते तुसीं जाणदे हो पिता प्रभु श्री किहड़े गुप्त पाप ने जिहड़े दूजिਆਂ नूं दस नहीं सकदे। प्यारे प्रभु जी, उन्हां सारे पापां नूं केवल तुसीं माफ़ कर सकदे हो। मेरा विश्वास है पिता प्रभु श्री अज जिन्हां लोकां ने भी अपने पापां नूं मन्निया पिता प्रभु श्री तुसीं उन्हां दे पापां नूं माफ़ कीता। प्यारे प्रभु जी, तुहाडा धन्नवाद। साडी दुआ नूं सुणन दे लई तुहाडा बहुत बहुत धन्नवाद। प्रभु यीशु मसीह दे नाम विच मंगदे हां, आमीन। दर्शकों, विश्वास करो जेकर तुसीं मेरे नाल प्रार्थना दे विच सी ते परमेश्वर ने अज तुहाडे पापां नूं माफ़ कीता। विश्वास करो प्रभु यीशु मसीह दे उत्ते। अगले प्रोग्राम दे विच असीं फिर मिलांगे। तद तक लई प्रभु तुहानूं आशीष अते बरकत देवे। जय मसीह दी। साडा अज दा प्रोग्राम तुहानूं किद्दां दा लगा सानूं जरूर दस्सो। साडा फोन नंबर है 9041538931। नंबर एक बार फिर सुनो 9041538931। साडा दूसरा नंबर है 9465177365। तुसी चाहो तो सानू मिस कॉल भी कर सकते हो। मिस कॉल करन दे लई साडा नंबर है 0444 908 1209। जेकर तुसी ईमेल करना चाहते हो तो साडा ईमेल पता नोट करो punjabi@radio882.com। चिट्ठी लिखन दे लई साडा पता है TWR इंडिया, पोस्ट बॉक्स नंबर 111, जनरल पोस्ट ऑफिस, सेक्टर 17, चंडीगढ़ 160017। यूट्यूब ਅਤੇ फेसबुक उत्ते भी तुसी साडे नाल जुड़ सकते हो। इस दे लई तुसी TWR इंडिया पंजाबी नाल जुड़ो।